ਤੇ ਬੇਟਾ ਉਹਦੇ ਬਾਅਦ ਵਿੱਚ ਅੱਜ ਆਪਾਂ ਸਟਾਰਟ ਕੀਤਾ ਆ ਮੈਥਡਸ ਆਫ ਪ੍ਰੈਪਰੇਸ਼ਨ ਆਫ ਮੋਨੋ ਹੈਲੋ ਐਲਕੇਨਸ। ਮਤਲਬ ਕਿ ਸਿੰਪਲ ਜਿਹੜੇ ਮੋਨੋ ਮੀਨਸ ਇੱਕ ਵਾਰ ਹੈਲੋਜਨ ਐਟਮ ਲਗਾਉਣਾ ਆ, ਉਹਦੀ ਪ੍ਰੈਪਰੇਸ਼ਨ ਕਿਸ ਤਰ੍ਹਾਂ ਕਰਦੇ ਆ। ਠੀਕ ਹੈ, ਤੇ ਫਸਟ ਆਪਾਂ ਕਰਨਾ ਪ੍ਰੈਪਰੇਸ਼ਨ ਫਰੋਮ ਐਲਕੇਨਸ। ਠੀਕ ਹੈ, ਮੇਨ ਟੌਪਿਕ ਵਾਈਜ਼ ਚੱਲਾਂਗੇ। ਮੈਂ ਹਰੇਕ ਵੀਡੀਓ ਦੇ ਵਿੱਚ ਇੱਕ ਇੱਕ ਟੌਪਿਕ ਕਰਵਾਉਣਾ ਹੈ, ਉੱਦਾਂ ਲੈਂਥੀ ਹੋ ਜਾਣਾ ਕੰਮ, ਬਟ ਡੀਪ ਚੱਲਾਂਗੇ। ਠੀਕ ਹੈ, ਇੱਦਾਂ ਨਹੀਂ ਗਾ ਕਿ ਆਪਾਂ ਟਾਈਮ ਪਾਸ ਕਰ ਰਹੇ ਹਾਂ, ਰੀਚ ਜਾਈਨਾ ਸਿਲੇਬਸ ਕਰਨਾ ਹੈ ਇੱਕ ਵਾਰੀ। ਠੀਕ ਹੈ, ਕਿ ਜਿਹੜਾ ਵੀ ਦੇਖੇ ਉਹਦੇ ਕੰਮ ਜ਼ਰੂਰ ਆਵੇ। ਪ੍ਰੈਪਰੇਸ਼ਨ ਫਰੋਮ ਐਲਕੇਨਸ। ਹੁਣ ਐਲਕੇਨਸ ਕੀ ਹੋ ਗਿਆ, CH4 ਮੀਥੇਨ ਹੋ ਗਈ, ਈਥੇਨ ਹੋ ਗਿਆ, ਇਸ ਤਰ੍ਹਾਂ ਦੇ ਐਲਕੇਨ ਗਰੁੱਪ ਆ। ਇਹਨਾਂ ਤੋਂ ਆਪਾਂ ਹੈਲੋ ਐਲਕੇਨ ਬਣਾਉਣੇ ਆ। ਹੈਲੋ ਐਲਕੇਨ ਬਣਾਉਣ ਲਈ ਇਹਨਾਂ ਨੂੰ ਆਪਾਂ ਰਿਐਕਟ ਕਰਵਾਵਾਂਗੇ ਹੈਲੋਜਨਸ ਨਾਲ। ਹੈਲੋਜਨ ਮੀਨਸ ਜਾਂ ਤਾਂ ਆਪਾਂ ਫਲੋਰੀਨ ਨਾਲ ਰਿਐਕਟ ਕਰਵਾਵਾਂਗੇ, ਕਲੋਰੀਨ ਨਾਲ, ਬਰੋਮੀਨ ਨਾਲ, ਆਇਓਡੀਨ ਨਾਲ। ਤੁਸੀਂ ਉਹਦਾ ਆਰਡਰ ਦੇਖ ਲੈਣਾ, ਆਰਡਰ ਆਫ ਰਿਐਕਟੀਵਿਟੀ ਕੀ ਹੁੰਦਾ। ਸਭ ਤੋਂ ਜ਼ਿਆਦਾ ਰਿਐਕਟਿਵ ਹੁੰਦੀ ਆ ਫਲੋਰੀਨ, ਉਹ ਤੋਂ ਘੱਟ ਰਿਐਕਟਿਵ ਹੁੰਦੀ ਆ ਕਲੋਰੀਨ, ਉਸਸੇ ਕਮ ਰਿਐਕਟਿਵ ਬਰੋਮੀਨ, ਸਭ ਤੋਂ ਘੱਟ ਰਿਐਕਟਿਵ ਆਇਓਡੀਨ। ਇਹ ਆਰਡਰ ਦੇਖ ਲੈਣਾ ਆ। ਠੀਕ ਹੈ, ਇਹ ਆਰਡਰ ਕਾਫੀ ਇੰਪੋਰਟੈਂਟ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਭ ਤੋਂ ਜ਼ਿਆਦਾ ਰਿਐਕਟਿਵ ਕੌਣ ਆ। ਜੇ ਆਪਾਂ ਐਲਕੇਨਸ ਦੇ ਨਾਲ ਇਹਦੀ ਰਿਐਕਟੀਵਿਟੀ ਦੇਖੀਏ, ਫਲੋਰੀਨ ਸਭ ਤੋਂ ਰਿਐਕਟਿਵ ਆ, ਆਇਓਡੀਨ ਸਭ ਤੋਂ ਘੱਟ ਰਿਐਕਟਿਵ ਆ। ਇਹ ਤੁਹਾਨੂੰ ਰਿਐਕਸ਼ਨ ਦੇ ਵਿੱਚ ਵੀ ਮੈਂ ਦੱਸੂਗਾ ਇਹਨੂੰ ਕਿਸ ਤਰ੍ਹਾਂ ਰਿਵਰਸੀਬਲ ਕਾਤੇ ਲਿਖਦੇ ਪਏ ਆ। ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਕੀ ਕਰਦੇ ਆ, ਇੱਕ ਮੀਥੇਨ ਮੋਲੀਕਿਊਲ ਲਿਆ CH4, ਇਹਦੇ ਵਿੱਚ ਮੀਥੇਨ ਮੋਲੀਕਿਊਲ ਲੈ ਕੇ ਉਹਦੇ ਵਿੱਚ ਤੁਸੀਂ ਪਾਤੀ Cl2, ਕਲੋਰੀਨ ਪਾਤੀ, ਕਲੋਰੀਨ ਪਾਈ 520 520 ਤੋਂ ਲੈ ਕੇ 670 ਕੈਲਵਿਨ ਤੱਕ ਪਾ ਦਿੱਤੀ। ਠੀਕ ਹੈ, ਨਾਲ ਪਾਈ ਲਾਈਟ ਇਨ ਦੀ ਪ੍ਰੈਜ਼ੈਂਸ ਆਫ ਲਾਈਟ। ਜਿਹੜਾ ਲਾਈਟ ਆ, ਲਾਈਟ ਨੂੰ ਇਸ ਤਰ੍ਹਾਂ ਲਿਖ ਲੈਂਦੇ Hν, ਲਾਈਟ ਦੀ ਪ੍ਰੈਜ਼ੈਂਸ ਪਾਤਾ। ਹੁਣ ਹੋਣਾ ਕੀ, ਮੀਥੇਨ ਇਸ ਤਰ੍ਹਾਂ ਹੁੰਦੀ ਹੈ CH4, ਉੱਦਾਂ ਟੈਟਰਾਹੈਡਰਲ ਸ਼ੇਪ ਹੁੰਦੀ ਹੈ, ਬਟ ਮੈਂ ਇਹਨੂੰ ਇਸ ਤਰ੍ਹਾਂ ਲਿਖ ਦਿੱਤਾ। ਠੀਕ ਹੈ, ਹੁਣ ਕੀ ਹੋਣਾ, ਇੱਕ ਹਾਈਡਰੋਜਨ ਬਾਹਰ ਨਿਕਲ ਜਾਣੀ, ਉਹਦੀ ਜਗ੍ਹਾ ਕੋਈ ਹੈਲੋਜਨ ਐਟਮ ਮੀਨਸ Cl ਐਟਮ ਆ ਕੇ ਜੁੜ ਜਾਣਾ। ਕੀ ਬਣ ਗਿਆ, CH3Cl। ਇੱਕ ਤਾਂ ਇਹ ਚੀਜ਼ ਹੋ ਸਕਦੀ ਹੈ, ਇਹਨੂੰ ਬੋਲਾਂਗੇ ਆਪਾਂ ਮੋਨੋਕਲੋਰੋਮੀਥੇਨ। ਕਿਆ ਬੋਲਾਂਗੇ, ਮੋਨੋਕਲੋਰੋਮੀਥੇਨ ਜਾਂ ਮਿਥਾਈਲ ਕਲੋਰਾਈਡ। ਠੀਕ ਹੈ, ਇਹ ਵੀ ਬਣ ਸਕਦਾ। ਇੱਕ ਇਹਦੇ ਨਾਲ, ਇਹਦੇ ਵਿੱਚ ਸਿਰਫ ਇੱਕ ਪ੍ਰੋਡਕਟ ਨਹੀਂ ਬਣਦਾ ਜਦੋਂ ਆਪਾਂ ਸਨਲਾਈਟ ਦੇ ਨਾਲ ਪਾਉਂਦੇ ਹਾਂ। ਕਈ ਵਾਰੀ ਕੀ ਹੁੰਦਾ, ਇੱਥੋਂ ਦੋ ਹਾਈਡਰੋਜਨਸ ਜਿਹੜੀਆਂ, ਦੋ ਹਾਈਡਰੋਜਨਸ ਬਾਹਰ ਨਿਕਲ ਜਾਂਦੀ, ਉਹਦੀ ਜਗ੍ਹਾ 2 Cl2 ਆ ਜਾਂਦੇ, ਫਿਰ ਕੀ ਬਣ ਜਾਣਾ, CH2Cl2। ਠੀਕ ਹੈ, ਇਹਨੂੰ ਆਪਾਂ ਕਿਆ ਬੋਲਾਂਗੇ, ਡਾਈਕਲੋਰੋਮੀਥੇਨ। ਆ ਕਿਹੜਾ ਸੀਗਾ, ਮੋਨੋਕਲੋਰੋਮੀਥੇਨ, ਮੋਨੋਕਲੋਰੋਮੀਥੇਨ। ਇਹਦਾ ਨਾਮ ਕਿਆ ਬਣ ਗਿਆ, ਡਾਈਕਲੋਰੋ, ਡੀ ਵੱਡੀ ਲਿਖੋ, ਡਾਈਕਲੋਰੋਮੀਥੇਨ ਬਣ ਗਿਆ। ਠੀਕ ਹੈ, ਉਹਦੇ ਬਾਅਦ ਵਿੱਚ ਅੱਗੇ ਜੇ 3 ਹਾਈਡਰੋਜਨ ਰਿਪਲੇਸ ਹੋ ਜਾਣ ਫਿਰ ਕੀ ਬਣ ਜਾਣਾ, CHCl3। ਇਹ ਬਣ ਜਾਣਾ ਟਰਾਈਕਲੋਰੋਮੀਥੇਨ, ਟਰਾਈਕਲੋਰੋਮੀਥੇਨ। ਠੀਕ ਹੈ, ਜੇ ਆਪਾਂ ਅੱਗੇ 4 ਦੇ ਚਾਰੇ ਹਾਈਡਰੋਜਨ ਰਿਮੂਵ ਕਰ ਦਈਏ, ਠੀਕ ਹੈ, ਫਿਰ ਕਿਆ ਬਣ ਜਾਣਾ, CCl4, ਟੈਟਰਾਕਲੋਰੋਮੀਥੇਨ। ਠੀਕ ਹੈ, ਇਸ ਤਰ੍ਹਾਂ ਕੰਮ ਚੱਲਦਾ ਹੈ। ਜਿਹੜਾ ਆਪਾਂ ਮੇਨ ਕਰਨਾ, ਆਪਾਂ ਮੋਨੋਕਲੋਰੋਮੀਥੇਨ ਬਣਾਉਣੇ ਆ। ਆਪਾਂ ਸਾਡਾ ਮੈਥਡ ਵੀ ਇਹੀ ਆ, ਮੋਨੋ ਹੈਲੋ ਐਲਕੇਨ ਆਪਾਂ ਇੱਕ ਵਾਲਾ ਬਣਾਉਣਾ ਆ। ਬਟ ਤੁਸੀਂ ਯਾਦ ਰੱਖਣਾ, ਜਦੋਂ ਮੀਥੇਨ ਦੇ ਵਿੱਚ ਆਪਾਂ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਕਲੋਰੀਨ ਪਾਇਆ, ਉਤੋਂ ਮੋਨੋ ਵੀ ਬਣਨਾ ਹੈ, ਡਾਈ ਵੀ ਬਣਨਾ ਹੈ, ਟਰਾਈ ਵੀ ਬਣਨਾ ਹੈ, ਤੇ ਟੈਟਰਾ ਵੀ ਬਣਨਾ ਆ। ਓਕੇ, ਇਹ ਚੀਜ਼ ਯਾਦ ਰੱਖਣੀ ਹੈ ਤੁਸੀਂ। ਇਹ ਸਿੰਪਲ ਜਿਹੀ ਰਿਐਕਸ਼ਨ ਆ, ਕਾਫੀ ਵਾਰ ਯੂਜ਼ 'ਚ ਆਉਂਦੀ ਹੈ ਇਹ। ਦੇਖੋ, ਜਿੱਦਾਂ ਹੁਣ ਸਾਡਾ ਅਗਲਾ ਕੁਐਸਚਨ ਕਾਨੂੰ ਰਿਐਕਸ਼ਨ ਆ, ਪ੍ਰੋਪੇਨ ਦੇ ਵਿੱਚ ਆਪਾਂ ਕਲੋਰੀਨ ਪਾਈ Cl2, ਪ੍ਰੋਪੇਨ ਦੇ ਵਿੱਚ ਕੀ ਪਾਈ, ਕਲੋਰੀਨ। ਹੁਣ ਹੋਣਾ ਕੀ ਹੈ, CH3CH2CH। ਇੱਥੇ H ਹਾਈਡਰੋਜਨ 3 ਸੀਗੇ, ਇੱਕ ਹਾਈਡਰੋਜਨ ਬਾਹਰ ਚਲ ਗਿਆ, ਉਹਦੇ ਨਾਲ Cl ਜੁੜ ਗਿਆ। ਠੀਕ ਹੈ, ਇਹਨੂੰ ਆਪਾਂ ਕਿਆ ਬੋਲਾਂਗੇ, ਇਹਦਾ ਨਾਮ ਬਣਨਾ 1-ਕਲੋਰੋਪ੍ਰੋਪੇਨ। ਕਿਆ ਬਣਿਆ, 1-ਕਲੋਰੋਪ੍ਰੋਪੇਨ। ਤੇ ਦੂਸਰੇ ਪਾਸੇ ਜੇ ਤੁਸੀਂ ਬਣਾਉਣੇ ਪਏ ਆ,
मतलब कि हुण इधरों भी जे हाइड्रोजन इत्थों भी निकल सकदा, इत्थों भी निकल सकदा। जे फस्ट सैकेंड जे फस्ट ते थर्ड तो निकलदा पिया ते ये वाला प्रोडक्ट बनना, बट जे सैकेंड चों हाइड्रोजन रिमूव हुंदी पई है, बाहर निकलदी पई है, फिर की बन जाना CH3। मतलब इत्थे क्या लग गया Cl। इनू क्या बोलांगे 2 क्लोरोप्रोपेन। की बन गया नाम 2 क्लोरोप्रोपेन। इस तरह काम चलता पिया। 1 क्लोरोप्रोपेन भी बनता पिया, 2 क्लोरोप्रोपेन भी बनता पिया। हुण जे आपां डाटा देखिए, डाटा के अकॉर्डिंग लिख दिंदा कि जिहड़ा 1 क्लोरोप्रोपेन आ 40% बनिया, 56% बनिया। बट तुसीं याद रखना कि जे इस तरह का कंपाउंड आ जिहदी आपां क्लोरीनेशन करते पे इन दी प्रैजेंस ऑफ सनलाइट, तो 1 क्लोरोप्रोपेन 2 क्लोरोप्रोपेन दोनों बनने हैं। ज़्यादा डीप नहीं जाना कि किहड़ा कितना परसेंट बनना, इन्ना ज़्यादा रखना कि दोनों प्रोडक्ट बनते पे आ। ओके, अगे देख लो बेटा, अगे एक सिंपल जी रिएक्शनस आ, एक नियोपेंटेन आ। ठीक है, वैसे तो तुहानू पता ही होना नियोपेंटेन की हुंदा। अगर पता है तो वीडियो पॉज करके ड्रॉ जरूर करियो, अगर नहीं पता तो फिर तुसीं ये साडे कोल हुंदा नियोपेंटेन, इहनूं लिख दिंदे आ। कॉमन नेम है इहदा नियोपेंटेन। स्पैलिंग कई बारी गलत हो जाते हैं ਉਹਦੇ ਤੇ ज़्यादा। ਨਿਊਪੈਂਟੇਨ ਨੂੰ ਤੁਸੀਂ ਰਿਐਕਟ ਕਰਵਾਇਆ ਕਲੋਰੀਨ ਦੇ ਨਾਲ, ਇਹਦੇ ਵਿੱਚ ਨਿਊਪੈਂਟੇਨ ਐਕਸੈਸ ਦੇ ਵਿੱਚ ਰੱਖਿਆ। ਐਕਸੈਸ ਮੀਨਸ ज़्यादा ਅਮਾਊਂਟ ਦੇ ਵਿੱਚ ਨਿਊਪੈਂਟੇਨ ਲੈ ਕੇ ਉਹਨੂੰ ਕਲੋਰੀਨ ਦੇ ਨਾਲ ਰਿਐਕਟ ਕਰਵਾਉਣਾ ਆ। ਇਹ ਰਿਐਕਸ਼ਨ ਕਾਫੀ ਇੰਪੋਰਟੈਂਟ ਆ। ਠੀਕ ਹੈ, ਕਈ ਵਾਰੀ ਡਾਇਰੈਕਟ ਪੁੱਛ ਲੈਂਦੀ ਆ। ਇਹਦੇ ਵਿੱਚ ਕੀ ਹੋਣਾ, ਹੁਣ ਆਹ ਦੇਖੋ ਸਾਰੇ ਹਾਈਡਰੋਜਨ ਸੇਮ ਆ। ਠੀਕ ਹੈ, ਇੱਕ ਇਹ ਵੀ ਸੈਂਟਰ ਨਾਲ ਜੁੜਿਆ, ਇਹ ਵਾਲਾ ਵੀ ਸੈਂਟਰ ਨਾਲ, ਇਹ ਵੀ ਸੈਂਟਰ ਨਾਲ, ਇਹ ਵੀ ਸੈਂਟਰ ਨਾਲ। मतलब कि सारे कार्बन आह ਜਿਹੜੀਆਂ ਕਾਰਬਨ ਆ ਉਹ ਕਾਰਬਨ ਤੇ ਜਿਹੜੇ ਹਾਈਡਰੋਜਨ ਲੱਗੇ ਹੋਏ ਆ ਉਹਨਾਂ ਸਾਰਿਆਂ ਦਾ ਐਟਮੋਸਫੀਅਰ ਸੇਮ ਆ। ਤਾਂ ਕਰਕੇ ਤੁਸੀਂ ਜਿਹੜੇ ਮਰਜ਼ੀ ਹਾਈਡਰੋਜਨ ਤੋਂ ਇੱਕ ਜਿਹੜੇ ਮਰਜ਼ੀ ਕਾਰਬਨ ਤੋਂ ਇੱਕ ਹਾਈਡਰੋਜਨ ਰਿਮੂਵ ਕਰਕੇ, ਠੀਕ ਹੈ, ਜਿੱਦਾਂ ਇਹ ਵਾਲਾ CH3 ਇੱਥੋਂ ਇੱਕ H ਬਾਹਰ ਕੱਢ ਦਿੱਤੀ, ਕਿਆ ਰਹਿ ਗਿਆ CH2, ਉਹਦੇ ਨਾਲ Cl ਲਾਤਾ ਪਲੱਸ HCl, ਇੰਨਾ ਕੰਮ ਹੋ ਗਿਆ। ठीक है, ये एक सिंगल प्रोडक्ट बनता है। ठीक है, इसका नाम क्या आ गया नियोपेंटाइल क्लोराइड। नियोपेंटाइल क्लोराइड ये चीज़ बनती है, इनू याद रखना है। तो अगे आप एक होर रिएक्शन कर लैने, 2 मैथड्स है वो भी कर लैने। साडी बच्चे नैक्सट रिएक्शन हैगी आइडोनेशन ऑफ एल्केन। आइडोनेशन ऑफ एल्केन जिदा CH4 आ, ਇਹਦੇ ਵਿੱਚ ਜੇ ਆਪਾਂ ਆਇਓਡੀਨ ਮੀਨਸ I2 ਪਾਤਾ ਤੇ ਇਹਦੇ ਤੋਂ ਬਣਦਾ CH3I प्लस HI। ठीक है, ये रिएक्शन रिवर्सीबल होंगी है। रिवर्सीबल काते होंगी है तो मैं दस दिना। कई बार आप रट्टा लगा लें, सानू बेसिक कंसैप्ट नहीं पता होंगे कि रिवर्सीबल काते आ। ਇਹਦੇ ਵਿੱਚ ਜਿਹੜਾ HI ਹੁੰਦਾ ਆ, H ਦਾ ਸਾਈਜ਼ ਛੋਟਾ ਹੁੰਦਾ ਆ, ਆਇਓਡੀਨ ਦਾ ਸਾਈਜ਼ ਵੱਡਾ ਹੁੰਦਾ, ਜਿਹਦੇ ਕਰਕੇ ਇਹ ਵਾਲਾ ਬੌਂਡ ਜਿਹੜਾ ਹੁੰਦਾ ਵੀਕ ਬੌਂਡ ਹੁੰਦਾ ਆ। ਜੇ ਵੀਕ ਬੌਂਡ ਹੋਊਗਾ ਇਹਨੇ ਕੀ ਕਰਨਾ, ਹਾਈਡਰੋ ਆਹ ਵਾਲੇ ਬੌਂਡ ਨੇ ਜਲਦੀ ਬ੍ਰੇਕ ਡਾਊਨ ਹੋ ਜਾਣਾ, ਇਹਨੇ ਹਾਈਡਰੋਜਨ ਵਾਪਸ ਇਹਨੂੰ ਦੇ ਦੇਣੀ ਹੈ। ਠੀਕ ਹੈ, ਤੁਸੀਂ ਯਾਦ ਰੱਖਣਾ ਜਿਹੜਾ HI ਹੁੰਦਾ ਹਾਈਡਰੋਜਨ ਆਇਓਡਾਈਡ, ਇਹ ਇੱਕ ਸਟਰੋਂਗ ਰਿਡਿਊਸਿੰਗ ਏਜੰਟ ਆ। ਕਿਆ ਆ, ਸਟਰੋਂਗ ਰਿਡਿਊਸਿੰਗ ਏਜੰਟ। ठीक है, ये की करता आ, ये वापस हाइड्रोजन इनू दे के ਉਹਦੇ ਕੋਲੋਂ आयोडीन ਲੈ ਲੈਂਦਾ ਆ। मतलब कि हाइड्रोजन वापस इधर ऐड हो गई ਤੇ ਉਤੋਂ ਫਿਰ मीथेन बन ਜਾਂਦਾ ਆ। ठीक है, गल समझ लग गई। ਜਿਹੜੀ मीथेन ਦੇ ਵਿੱਚ आयोडीन ਪਾਈ ਕੀ ਬਣ ਗਿਆ मिथाइल आयोडाइड प्लस हाइड्रोजन आयोडाइड। ਇਹ ਰਿਐਕਸ਼ਨ ਰਿਵਰਸੀਬਲ ਕਾਤੇ ਹੁੰਦੀ ਹੈ, ਕਿਉਂਕਿ HI ਜਿਹੜਾ ਆ ਸਟਰੋਂਗ ਰਿਡਿਊਸਿੰਗ ਏਜੰਟ ਆ। ਇਹ ਸਟਰੋਂਗ ਰਿਡਿਊਸਿੰਗ ਏਜੰਟ ਕਿਉਂ ਆ, ਕਿਉਂਕਿ ਇਹਦੇ ਵਿੱਚ ਬੌਂਡ ਲੈਂਥ ਜ਼ਿਆਦਾ ਹੁੰਦੀ ਆ ਤੇ ਬੌਂਡ ਸਟਰੈਂਥ ਜਿਹੜੀ ਆ ਬੌਂਡ ਵੀਕ ਹੁੰਦਾ ਆ। ਵੀਕ ਬੌਂਡ ਕਰਕੇ ਉਹ ਜਲਦੀ ਟੁੱਟ ਜਾਂਦਾ ਹੈ ਤੇ ਜਿਹਦੇ ਕਰਕੇ ਰਿਵਰਸੀਬਲ ਰਿਐਕਸ਼ਨ ਹੋ ਜਾਂਦੀ ਹੈ। ਠੀਕ ਹੈ, ਤੁਸੀਂ ਇਹਦੇ ਵਿੱਚ ਸਿੰਪਲ ਇੰਨਾ ਹੀ ਯਾਦ ਰੱਖ ਸਕਦੇ ਕਿ HI ਕੀ ਹੈ, ਇੱਕ ਸਟਰੋਂਗ ਰਿਡਿਊਸਿੰਗ ਏਜੰਟ ਆ। ਤੇ ਫਿਰ ਜਿਹੜੀ ਇਹ ਵਾਲੀ ਰਿਐਕਸ਼ਨ ਹੁੰਦੀ ਹੈ ਨਾ, ਇਹ ਰਿਐਕਸ਼ਨ ਨੂੰ ਉਹ ਆਇਓਡਿਕ ਐਸਿਡ
ਆਇਓਡਿਕ ਐਸਿਡ ਹੁੰਦਾ HiO3। ਆਇਓਡਿਕ ਐਸਿਡ ਦੀ ਪ੍ਰੈਜ਼ੈਂਸ ਕਰਦੇ ਆ ਜਾਂ ਕਰਦੇ ਆ ਕੰਸਨਟ੍ਰੇਟਡ ਨਾਈਟ੍ਰਿਕ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ ਕਰਦੇ ਆ। ਇਹ ਜਿਹੜਾ ਇਹ ਉੱਪਰ ਵਾਲੀ ਰਿਐਕਸ਼ਨ ਆ, ਜੇ ਇਹਨੂੰ ਆਪਾਂ ਕੰਪਲੀਟ ਕਰਵਾਉਣਾ ਹੋਵੇ, ਮਿਥਾਈਲ ਆਇਓਡਾਈਡ ਬਣਾਉਣਾ ਹੋਵੇ, ਤਾਂ ਇਹਨੂੰ ਆਪਾਂ ਕਾਦੀ ਪ੍ਰੈਜ਼ੈਂਸ ਦੇ ਵਿੱਚ ਕਰਾਂਗੇ? ਇਹਨੂੰ ਆਪਾਂ ਕਰਦੇ ਆ ਆਇਓਡਿਕ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ ਜਾਂ ਨਾਈਟ੍ਰਿਕ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ। ਇਹ ਜਿਹੜੇ ਦੋਨੋਂ ਇਹ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਹੁੰਦੇ ਆ। ਇਹ ਦੋਨੋਂ ਕਿਆ ਆ? ਸਟਰੋਂਗ ਆਕਸੀਡਾਈਜ਼ਿੰਗ ਏਜੰਟ। ਇਹ ਕੀ ਕਰਦੇ ਆ? ਜਿਹੜਾ ਆਇਓਡਿਕ ਹਾਈਡਰੋਜਨ ਆਇਓਡਾਈਡ ਬਣਿਆ ਇਹਨੂੰ ਆਕਸੀਡਾਈਜ਼ ਕਰ ਦਿੰਦੇ ਆ। ਇਹਨੂੰ ਕੀ ਕਰ ਦਿੰਦੀ ਆ? ਆਕਸੀਡਾਈਜ਼ ਕਰ ਦਿੰਦੀ ਆ। ਆਕਸੀਡਾਈਜ਼ ਕਿਸ ਤਰ੍ਹਾਂ ਕਰ ਦਿੰਦੀ ਆ? ਉਹਨੂੰ ਜ਼ਿਆਦਾ ਕਰਨ ਦੀ ਲੋੜ ਨਹੀਂ, ਬਟ ਫਿਰ ਵੀ ਮੈਂ ਤੁਹਾਨੂੰ ਰਿਐਕਸ਼ਨ ਕਰਵਾ ਦਿੰਦਾ। ਜਿੱਦਾਂ HI ਆ, ਜੇ ਆਪਾਂ ਇਹਦੇ ਵਿੱਚ ਨਾਈਟ੍ਰਿਕ ਐਸਿਡ ਪਾਵਾਂਗੇ HNO3, ਇਹ ਤੋਂ ਬਣ ਜਾਂਦਾ I2 + NO2 + ਵਾਟਰ। ਮਤਲਬ ਕਿ ਇਹਨੂੰ ਕੀ ਕਰਤਾ? ਇਹਨੂੰ ਆਕਸੀਡਾਈਜ਼ ਕਰਤਾ। ਆਕਸੀਡਾਈਜ਼ ਮੀਨਸ ਇਹਦੀ ਆਕਸੀਡੇਸ਼ਨ ਹੋ ਗਈ। ਆਕਸੀਡੇਸ਼ਨ ਕਿੱਦਾਂ ਹੋਈ? ਇਹਦੇ ਤੋਂ ਹਾਈਡਰੋਜਨ ਰਿਮੂਵ ਹੋ ਗਏ। ਠੀਕ ਹੈ, ਤੇ ਬੈਲੈਂਸ ਕਰ ਲਿਓ ਰਿਐਕਸ਼ਨ ਨੂੰ ਆਪੇ, ਲੋੜ ਨਹੀਂ ਵੈਸੇ ਤੁਸੀਂ ਸਮਝਣਾ। ਜਿੱਦਾਂ ਜੇ ਆਇਓਡਿਕ ਐਸਿਡ ਹੈ, ਇਹ ਵੀ ਕੀ ਕਰਦਾ? ਇਹ ਵੀ ਉਹਨੂੰ I2 + ਵਾਟਰ ਬਣ ਜਾਂਦਾ। ਇਹ ਵੀ ਕੀ ਕਰਦਾ? ਹਾਈਡਰੋਜਨ ਆਇਓਡਾਈਡ ਸੀਗਾ, ਇਹਨੂੰ ਆਕਸੀਡਾਈਜ਼ ਕਰ ਦਿੱਤਾ। ਠੀਕ ਹੈ, ਤੁਸੀਂ ਯਾਦ ਰੱਖਣਾ ਜਦੋਂ ਵੀ ਆਇਡੋਨੇਸ਼ਨ ਰਿਐਕਸ਼ਨ ਕਰਵਾਉਣੀ ਆ, ਆਪਾਂ ਉਹਨੂੰ ਕਿਹਦੀ ਪ੍ਰੈਜ਼ੈਂਸ ਕਰਦੇ ਆ? ਆਇਓਡਿਕ ਐਸਿਡ ਜਾਂ ਨਾਈਟ੍ਰਿਕ ਐਸਿਡ ਦੀ। ਅਦਰਵਾਈਜ਼ ਰਿਐਕਸ਼ਨ ਜਿਹੜੀ ਆ ਉਹ ਰਿਵਰਸੀਬਲ ਇਨ ਨੇਚਰ ਹੁੰਦੀ ਆ। ਜੇ ਆਪਾਂ ਇਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਕਰਾਂਗੇ, ਜਿਹੜੀ ਰਿਐਕਸ਼ਨ ਆ ਉਹ ਰਿਵਰਸ ਨਹੀਂ ਹੋਊਗੀ। ਓਕੇ, ਇੰਨਾ ਯਾਦ ਰੱਖ ਲੈਣਾ ਹੈ। ਠੀਕ ਹੈ।